ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਜਿਗਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ। ਤਿਨ ਮਹਿ ਭਉ ਹੈ ਜਾਮ ਕਾ। ਅਵਰ ਜਤਨ ਨਹੀਂ ਪਾਈਐ ਵੱਡੈ ਭਾਗ ਹਰਿ ਧਿਆਈਐ। ਲਾਖ ਹਿਕਮਤੀ ਜਾਨੀਐ ਆਗੇ ਤਿਲ ਨਹੀਂ ਮਾਨੀਐ। ਅਹੰ ਬੁਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ। ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੇ। ਸੋ ਕਹੋ ਟਲ ਗੁਰ ਸੇਵੀਐ ਐਹਨੇ ਸੁਸਹਿਜ ਸੁਭਾਏ। ਦਰਸ਼ਨ ਗੁਰੂ ਕੈ ਜਨਮ ਮਰਨ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹੱਲਾ ਪੰਜਵਾ। ਕੋਈ ਜਨ ਹਰਿ ਸਿਉ ਦੇਵੈ ਜੋਰ। ਚਰਨ ਗਾਹਾਂ ਬਕਾਂ ਸ਼ੁਭ ਰਸਨਾ। ਦੀਜਹਿ ਪ੍ਰਾਨ ਅਕੋਰ। ਕੋਈ ਜਨ ਹਰਿ ਸਿਉ ਦੇਵੈ ਜੋਰ। ਚਰਨ ਗਾਹਾਂ ਬਕਾਂ ਸ਼ੁਭ ਰਸਨਾ। ਦੀਜਹਿ ਪ੍ਰਾਨ ਅਕੋਰ। ਰਹਾਉ ਮਨ ਤਨ ਨਿਰਮਲ ਕਰਤ ਕਿਆਰੋ। ਹਰ ਸਿੰਚੈ ਸੁਦਾ ਸੰਜੋਰ। ਯਾ ਰਸ ਮਹਿ ਮਗਨ ਹੋਤ ਕਿਰਪਾ ਤੇ। ਮਹਾ ਵਿਖਿਆ ਤੇ ਤੋਰ। ਆਇਆ ਸ਼ਰਨ ਦੀਨ ਦੁਖ ਭੰਜਨ। ਚਿਤਵਾਉ ਤੁਮਰੀ ਔਰ।
ਆਪੈ ਪਦ ਦਾਨ ਸਿਮਰਨ ਸੁਆਮੀ ਕੋ। ਪ੍ਰਭ ਨਾਨਕ ਬੰਧਨ ਛੋਰ। ਆਇਓ ਸ਼ਰਨ ਦੀਨ ਦੁਖ ਭੰਜਨ। ਚਿਤਵਾ ਤੁਮਰੀ ਔਰ। ਆਪੈ ਪਦ ਦਾਨ ਸਿਮਰਨ ਸੁਆਮੀ ਕੋ। ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਜੇ ਸੋ ਚੰਦਾ ਉਗਵਹੇ ਸੂਰਜ ਚੜ੍ਹੇ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਾਤ ਕਤਹ ਤਤਹ ਦ੍ਰਿਸ਼ਟੰ ਸਵਰਗ ਮਰਤ ਪਯਾਲ ਲੋਕਹ। ਸਰਬਤਰ ਰਮਣੰ ਗੋਬਿੰਦਹ। ਨਾਨਕ ਲੇਪ ਛੇਪ ਨਾ ਲਿਪਿਅਤੇ। ਜਾਤ ਕਤਹ ਤਤਹ ਦ੍ਰਿਸ਼ਟੰ ਸਵਰਗ ਮਰਤ ਪਯਾਲ ਲੋਕਹ। ਸਰਬਤਰ ਰਮਣੰ ਗੋਬਿੰਦਹ। ਨਾਨਕ ਲੇਪ ਛੇਪ ਨਾ ਲਿਪਿਅਤੇ। ਵਿਖਿਆ ਭਯੰਤ ਅੰਮ੍ਰਿਤੰ ਦ੍ਰਿਸ਼ਟਾਂ ਸਖਾ ਸਵਜਨੈ। ਦੁਖੰ ਭਯੰਤ ਸੁਖਿਅੰ ਭੈ ਭੀਤੰ ਤਾ ਨਿਰਭੈ ਹੈ। ਥਾਨ ਬੇਹੂਨ ਬਿਸਰਾਮ ਨਾਨਕ। ਕਿਰਪਾਲ ਹਰ ਹਰ ਗੁਰ ਹੈ। ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨੈ। ਸਰਬ ਕਰਤਵ ਮਮੰ ਕਰਤਾ। ਨਾਨਕ ਲੇਪ ਛੇਪ ਨਾ ਲਿਪਿਅਤੇ। ਸਰਬ ਸੀਲੰ ਮਮੰ ਸੀਲੰ ਸਰਬ ਪਾਵਨ ਮਮ ਪਾਵਨੈ।
ਸਰਬ ਕਰਤਬ ਮਮੰ ਕਰਤਾ, ਨਾਨਕ ਲੇਪ ਛੇਪ ਨਾ ਲਿਪਿਆ ਤੇ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ, ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਹੋਇਆਂ ਅਦਭੁਤ ਸਤਿਕਾਰ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸਤ ਮਹਾਰਾਜ ਜੀਆਂ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਬਾਣੀ ਸਹਿਸਕ੍ਰਿਤੀ ਉਚਾਰਨ ਕੀਤੀ ਹੈ, ਉਸ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਹਾਜ਼ੂਰ ਜੀ ਨੇ ਜੋ ਅੱਜ ਦੇ ਪਾਵਨ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਮਹਾਰਾਜ ਜੀ ਨੇ ਜਿੱਥੇ ਇਸ ਸੰਸਾਰ ਦੇ ਵਿੱਚ ਰਹਿ ਰਹੇ ਜੀਵ ਨੂੰ ਸਮਝਾਇਆ ਹੈ, ਨਾਲ ਇਹ ਵੀ ਮਾਲਕ ਜੀ ਨੇ ਕਿਹਾ, ਕਹਿਣ ਲੱਗੇ ਭਾਈ ਜਿੱਥੇ ਵੀ ਕਿਤੇ ਤੂੰ ਇਨਸਾਨ ਨੂੰ ਸਮਝਾਉਂਦੇ ਨੇ, ਕਹਿੰਦੇ ਤੂੰ ਜਿੱਥੇ ਮਰਜ਼ੀ ਨਿਗਾਹ ਮਾਰ ਲੈ, ਸੰਸਾਰ ਦੇ ਜਿਸ ਕੋਨੇ ਦੇ ਵਿੱਚ ਮਰਜ਼ੀ ਨਿਗਾਹ ਮਾਰ ਲੈ, ਪ੍ਰਮਾਤਮਾ ਤੈਨੂੰ ਉੱਥੇ ਹੀ ਹਾਜ਼ਰ ਨਾਜ਼ਰ ਮਿਲੇਗਾ। ਭਾਵੇਂ ਇਸ ਲੋਕ ਦੇ ਵਿੱਚ ਹੈ ਜਾਂ ਬ੍ਰਹਿਮੰਡ ਦੇ ਵਿੱਚ ਹੈ ਜਾਂ ਜਿਹਨੂੰ ਆਪਾਂ ਗ੍ਰਹਿ ਕਹਿੰਦੇ ਹਾਂ ਉਹਨਾਂ ਦੇ ਵਿੱਚ ਹੈ, ਪਰਮਾਤਮਾ ਦੇ ਦੁਆਰਾ ਹੀ ਇਹ ਸਾਰਾ ਕਾਇਨਾਤ ਜਿਹੜੀ ਹੈ ਉਹਨੂੰ ਸਿਰਜਿਆ ਗਿਆ ਹੈ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਹੁਣ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਿਤਾ ਜੀ ਨੇ ਕਿਹਾ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਪਤਾ ਹੀ ਨਹੀਂ ਕਿ ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਪਤਾਲ ਨੇ, ਕਿੰਨੇ ਆਕਾਸ਼ ਨੇ। ਹੁਣ ਇਹ ਧਰਤੀਆਂ ਇਹ ਆਕਾਸ਼ ਕਿਸੇ ਇਨਸਾਨ ਦੇ ਬਣਾਏ ਹੋਏ ਨਹੀਂ ਨੇ, ਇਹ ਤੇ ਪਰਮਾਤਮਾ ਨੇ ਧਰਤੀ ਦੀ ਸਿਰਜਣਾ ਕੀਤੀ ਹੈ। ਧਰਤੀ ਦੇ ਉੱਤੇ ਜੀਵ ਦਾ ਜਨਮ ਹੈ ਉਹ ਪਰਮਾਤਮਾ ਦੇ ਦੁਆਰਾ ਹੋਇਆ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਨੇ, ਪਾਤਸ਼ਾਹ ਜੀ ਕਹਿੰਦੇ, ਜਾਤ ਕਤ ਹੈ ਤਤ ਹੈ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕੈ। ਹਜ਼ੂਰ ਜੀ ਕਹਿੰਦੇ ਜਾਤ ਭਾਵ ਕਿ ਜਦੋਂ ਵੀ ਕਿਤੇ ਵੀ, ਜਦੋਂ ਤੇਰਾ ਦਿਲ ਚਾਵੇ, ਜਦੋਂ ਤੇਰਾ ਮਨ ਕਰੇ, ਜਤ ਹੈ ਕਤ ਹੈ, ਇਹਦਾ ਅਰਥ ਹੈ ਕਿ ਭਾਵੇਂ ਜਿੱਧਰ ਮਰਜ਼ੀ ਤੂੰ ਨਿਗਾਹ ਮਾਰ ਲੈ, ਉੱਤਰ ਵਾਲੇ ਪਾਸੇ ਮਾਰ ਲੈ, ਦੱਖਣ ਵਾਲੇ ਪਾਸੇ ਮਾਰ ਲੈ, ਪੂਰਬ ਵੱਲ ਨਿਗਾਹ ਮਾਰ, ਪਸ਼ਚਿਮ ਵੱਲ ਮਾਰ, ਪਰ ਪਰਮਾਤਮਾ ਤੈਨੂੰ ਹਰ ਦਿਸ਼ਾ ਦੇ ਵਿੱਚ ਮੌਜੂਦ ਮਿਲੇਗਾ। ਪਰਮਾਤਮਾ ਤੈਨੂੰ ਹਰ ਜਗ੍ਹਾ ਦੇ ਵਿੱਚ ਮੌਜੂਦ ਮਿਲੇਗਾ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਮਹਾਰਾਜ ਜੀ ਕਹਿੰਦੇ, ਜਹ ਜਹ ਪੇਖਾਂ ਤਹਿ ਹਜੂਰ। ਕਹਿੰਦੇ ਮੈਂ ਤੇ ਜਿੱਧਰ ਵੀ ਵੇਖਣਾ ਏ ਪਰਮਾਤਮਾ ਮੈਨੂੰ ਉਧਰ ਹੀ ਨਜ਼ਰ ਆਉਂਦਾ ਏ। ਪਰ ਇਹ ਇਨਸਾਨ ਦੀ ਬੇਸਮਝੀ ਲਾ ਲਓ ਜਾਂ ਇਉਂ ਕਹਿ ਲਓ ਕਿ ਆਪਣੀ ਬੁੱਧੀ ਨੂੰ
ਇੰਨਾ ਇਨਸਾਨ ਆਪਣੇ ਆਪ ਨੂੰ ਗਿਆਨਵਾਨ ਸਮਝਦਾ ਹੈ ਕਿ ਕਹਿੰਦਾ ਕਿ ਮੇਰੇ ਤੋਂ ਸਿਆਣਾ ਕੋਈ ਹੈ ਹੀ ਨਹੀਂ ਹੈ, ਕਿਉਂਕਿ ਪਰਮਾਤਮਾ ਤੇ ਹਰੇਕ ਜਗ੍ਹਾ ਹਾਜ਼ਰ ਨਾਜ਼ਰ ਹੈ। ਉਹ ਚੰਗੇ ਦੀ ਪਰਖ ਕਰ ਰਿਹਾ ਏ, ਮਾੜੇ ਦੀ ਵੀ ਪਰਖ ਕਰ ਰਿਹਾ ਏ। ਅਕਾਲ ਪੁਰਖ ਵਾਹਿਗੁਰੂ ਜੀ ਇਹ ਸਾਰਾ ਕੁਝ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਇਨਸਾਨ ਭਾਵ ਇਸ ਧਰਤੀ ਦੇ ਉੱਤੇ ਆਪਣੀ ਜੀਵਨ ਨੂੰ ਬਤੀਤ ਕਰ ਰਿਹਾ ਹੈ। ਹਜ਼ੂਰ ਜੀ ਨੇ ਕਹਿੰਦੇ ਨੇ ਕਿ ਜਾਤ ਕਤ ਹੈ ਤਤੈ ਦ੍ਰਿਸ਼ਟੰ। ਦ੍ਰਿਸ਼ਟੰ ਦਾ ਅਰਥ ਹੈ ਭਾਵ ਕਿ ਮੈਂ ਜਿੱਧਰ ਵੀ ਦੇਖਦਾ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਉਧਰ ਹੀ ਮਹਿਸੂਸ ਕਰਦਾ ਹੈ ਕਿ ਪ੍ਰਮਾਤਮਾ ਇਸ ਦਿਸ਼ਾ ਵੱਲ ਵੀ ਹੈ। ਇਸ ਕਰਕੇ ਸਵਰਗ ਮਰਤ ਪਿਆਲ ਲੋਕੈ, ਉਹ ਵਾਹਿਗੁਰੂ ਇਸ ਲੋਕ ਦੇ ਵਿੱਚ ਵੀ ਹੈ, ਪਰਲੋਕ ਦੇ ਵਿੱਚ ਵੀ ਸਹਾਇਤਾ ਕਰਨ ਵਾਲਾ ਏ। ਸਰਬਤਰ ਰਮਣੰ ਗੋਬਿੰਦ ਹੈ, ਨਾਨਕ ਲੇਪ ਸ਼ੇਪ ਨਾ ਲਿਪਤੇ। ਸਤਿਗੁਰੂ ਸੱਚੇ ਪਿਤਾ ਜੀ ਕਹਿ ਰਹੇ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਰਬਤਰ ਰਮਣੰ, ਸਰਬੱਤ ਸੰਸਾਰ ਉਹਦਾ ਨਾਮ ਜਪ ਰਿਹਾ ਏ ਤੇ ਇਸ ਸੰਸਾਰ ਦੇ ਵਿੱਚ ਹੀ ਪ੍ਰਮਾਤਮਾ ਰਮਿਆ ਹੋਇਆ ਏ। ਤੇ ਉਹ ਰਮੇ ਹੋਏ ਪ੍ਰਮਾਤਮਾ ਦੀ ਕੀ ਨਿਸ਼ਾਨੀ ਹੈ? ਨਾਨਕ ਲੇਪ ਸ਼ੇਪ ਨਾ ਲਿਪਿਓ। ਤੇ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਵਿਕਾਰਾਂ ਦੇ ਪੋਚੇ ਤੋਂ ਰਹਿਤ ਹੈ। ਉਹਨੂੰ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ, ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ, ਕਿਸੇ ਤਰ੍ਹਾਂ ਦਾ ਕੋਈ ਹੰਕਾਰ ਨਹੀਂ। ਸਤਿਗੁਰੂ ਜੀ ਕਹਿੰਦੇ ਇਕੱਲੇ ਇਹੀ ਨਹੀਂ, ਸਗੋਂ ਉਹ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜੋ ਜਪਦੇ ਨੇ ਉਹਨਾਂ ਤੇ ਵੀ ਇਹ ਬਖਸ਼ਿਸ਼ ਹੋ ਜਾਂਦੀ ਹੈ। ਉਹਨਾਂ ਦਾ ਜੀਵਨ ਵੀ ਘੜਿਆ ਜਾਂਦਾ ਏ। ਉਹਨਾਂ ਦੇ ਜੀਵਨ ਦੇ ਵਿੱਚੋਂ ਵੀ ਸੁਹੱਪਣ, ਸਿਆਣਾਪਨ, ਸੂਝਦਾਰ, ਸਮਝਦਾਰ ਉਹ ਵੀ ਬਣ ਜਾਂਦੇ ਨੇ। ਜਿਵੇਂ ਇੱਕ ਪਹਿਲਾਂ ਲੱਕੜ ਹੈ, ਲੱਕੜ ਨੂੰ ਘੜ ਕੇ ਹੁਣ ਕਾਰੀਗਰ ਦੇ ਹੱਥ ਵਿੱਚ ਹੈ, ਇਹਦੇ ਵਿੱਚੋਂ ਕਿਸ ਤਰ੍ਹਾਂ ਦੀ ਤਸਵੀਰ ਮੈਂ ਪ੍ਰਗਟ ਕਰਨੀ ਹੈ। ਆਪਾਂ ਦੇਖਦੇ ਆ ਨਾ ਬਾਜ਼ਾਰ ਦੇ ਵਿੱਚੋਂ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਲੱਕੜ ਦੀਆਂ ਹੀ ਤਿਆਰ ਹੋਈਆਂ ਨੇ ਤੇ ਅੱਜ ਸਾਡੇ ਘਰਾਂ ਦੀ ਉਹ ਡੈਕੋਰੇਸ਼ਨ ਬਣਿਆ ਹੋਇਆ ਹੈ, ਭਾਵ ਕਿ ਉਹਨੂੰ ਅਸੀਂ ਸਜਾਉਣ ਦੇ ਕੰਮ ਵਰਤਦੇ ਹਾਂ। ਜੇ ਉਹੀ ਲੱਕੜ ਬਿਨਾਂ ਘੜੇ ਤੋਂ ਘਰ ਦੇ ਵਿੱਚ ਲਿਆ ਕੇ ਰੱਖ ਦਿੱਤੀ ਜਾਵੇ ਕੀ ਉਹ ਸੋਹਣੀ ਲੱਗੇਗੀ? ਉਸੇ ਤਰ੍ਹਾਂ ਲੱਕੜ ਦੇ ਟੁਕੜੇ ਨੂੰ ਘਰ ਦੇ ਵਿੱਚ ਲਿਆ ਕੇ ਰੱਖ ਦਈਏ ਕਿਸੇ ਅੰਗੀਠੀ ਤੇ, ਕਿਸੇ ਉੱਚੀ ਥਾਂ ਤੇ, ਉਹ ਸਾਰੇ ਇਹੀ ਆਖਣਗੇ ਭਾਈ ਇਹ ਲੱਕੜ ਦਾ ਇੱਥੇ ਕੀ ਕੰਮ ਹੈ? ਲੱਕੜ ਨੂੰ ਤਰਾਸ਼ਿਆ ਹੋਵੇਗਾ, ਲੱਕੜ ਨੂੰ ਘੜਿਆ ਹੋਵੇਗਾ ਤੇ ਲੱਕੜ ਦੇ ਵਿੱਚੋਂ ਆਕਰਸ਼ਿਤ ਕਰ ਦੇਣ ਵਾਲੀ ਜਿਹੜੀ ਉਹ ਕਲਾ ਹੈ ਉਹ ਸਾਹਮਣੇ ਆਵੇਗੀ ਕਾਰੀਗਰ ਦੀ। ਇਸੇ ਤਰ੍ਹਾਂ ਭਾਈ ਇਹ ਮਨੁੱਖਾਂ ਦੀ ਹੀ ਹੈ। ਇਹ ਸਰੀਰ ਜਿਹੜਾ ਪ੍ਰਮਾਤਮਾ ਵਾਹਿਗੁਰੂ ਜੀ ਨੇ ਦਿੱਤਾ, ਅਕਾਲ ਪੁਰਖ ਜੀ ਨੇ ਕਹਿੰਦੇ ਨੇ ਕਿ ਇਹ ਭਾਵੇਂ ਕਿ ਹੈ ਸਾਰਾ ਕੁਝ ਇਹਦੇ ਅੰਦਰ ਹੀ ਹੈ। ਪਰਮਾਤਮਾ ਦਾ ਨਾਮ ਵੀ ਸਾਡੇ ਸਰੀਰ ਦੇ ਵਿੱਚ ਹੈ। ਕਹਿੰਦੇ ਬਸ ਲੋੜ ਹੈ ਥੋੜੀ ਜੀ ਇਹਨੂੰ ਘੜਨ ਦੀ, ਲੋੜ ਹੈ ਥੋੜੀ ਜੀ ਇਹਨੂੰ ਸਮਝਣ ਦੀ। ਇੱਕ ਵਿਦਵਾਨ ਬੜਾ ਸੁੰਦਰ ਲਿਖਦਾ, ਕਹਿੰਦਾ ਵੇਖੋ ਪਰਮਾਤਮਾ ਨੇ ਕਿੱਡਾ ਸੋਹਣਾ ਇਹ ਸਾਨੂੰ ਸਰੀਰ ਦਿੱਤਾ ਏ, ਹੱਥ ਪੈਰ ਦਿੱਤਾ ਏ, ਕਿੱਡੀ ਸਫਾਈ ਦੇ ਅੰਦਰ ਭਾਵੇਂ ਗੰਧ ਹੈ, ਅੰਦਰ ਹੱਡ ਮਾਸ ਚਮ ਕਈ ਤਰ੍ਹਾਂ ਦਾ ਇਹ ਸਰੀਰ ਦੇ ਵਿੱਚ ਹੈ, ਪਰ ਬਾਹਰੋਂ ਦਿਸਣ ਦਾ ਨਹੀਂ ਲੱਗਦਾ। ਬਾਹਰੋਂ ਅਸੀਂ ਇਹ ਨਹੀਂ ਇੱਕ ਦੂਜੇ ਦਾ ਵੇਖ ਸਕਦੇ। ਸੋਹਣਾ ਪੋਚਾ ਮਾਰ ਕੇ ਪ੍ਰਮਾਤਮਾ ਵਾਹਿਗੁਰੂ ਜੀ ਨੇ ਇਹ ਸਾਨੂੰ ਬਾਹਰੀ ਤੌਰ ਤੇ ਇੱਕ ਸੁੰਦਰ ਰੂਪ ਦਿੱਤਾ ਏ, ਸੁੰਦਰ ਸਰੀਰ ਦਿੱਤਾ ਏ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਇਸ ਸੰਸਾਰ ਦੇ ਵਿੱਚ ਰਹਿ ਕੇ ਪ੍ਰਮਾਤਮਾ ਜੀ ਦਾ ਨਾਮ ਜਪ ਤੇ ਤੂੰ ਵੀ ਵਿਕਾਰਾਂ ਤੋਂ ਨਿਰਲੇਪ ਹੋ ਜਾਵੇਂਗਾ। ਜਿਵੇਂ ਹਜ਼ੂਰ ਜੀ ਕਹਿੰਦੇ ਨਾਨਕ ਲੇਪ ਸ਼ੇਪ ਨਾ ਲਿਪਿਓ। ਤੇ ਭਾਈ ਉਹ ਅਕਾਲ ਪੁਰਖ ਪਰਮਾਤਮਾ ਜੀ ਨੂੰ ਵਾਹਿਗੁਰੂ ਜੀ ਨੂੰ ਇਹ ਵਿਕਾਰ ਜਿਹੜੇ ਨੇ ਉਹ ਪਾਉਂਦੇ ਨਹੀਂ ਨੇ, ਨਾ ਹੀ ਉਹਦੇ ਪਿਆਰਿਆਂ ਦੇ
ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਜੋ ਨਾਮ ਜਪਦੇ ਨੇ ਉਹਨਾਂ ਤੱਕ ਇਹ ਵਿਕਾਰ ਪਹੁੰਚਦੇ ਨੇ। ਇਸ ਕਰਕੇ ਹਜ਼ੂਰ ਸਤਿਗੁਰ ਸੱਚੇ ਪਿਤਾ ਜੀ ਕਹਿੰਦੇ, ਵੇਖਿਆ ਭਯੰਤ ਅੰਮ੍ਰਿਤੰ ਦ੍ਰਿਸ਼ਟਾ ਸਖਾ ਸਵਜਨੈ। ਵੇਖਿਆ ਕਹਿੰਦੇ ਨੇ ਜ਼ਹਿਰ ਨੂੰ। ਸਤਿਗੁਰ ਸੱਚੇ ਪਿਤਾ ਜੀ ਕਹਿੰਦੇ ਨੇ ਕਿ ਜਿਸ ਇਨਸਾਨ ਦੇ ਜੀਵਨ ਦੇ ਵਿੱਚ ਵੇਖਿਆ ਰੂਪੀ ਇਹ ਵਿਕਾਰ ਆ ਗਏ ਸਨ, ਜ਼ਹਿਰ ਰੂਪੀ ਇਹ ਵਿਕਾਰ ਆ ਗਏ ਸਨ, ਹਜ਼ੂਰ ਜੀ ਕਹਿੰਦੇ ਭਯੰਤ। ਭਯੰਤ ਤੋਂ ਭਾਵ ਹੈ ਕਿ ਉਸ ਵਾਹਿਗੁਰੂ ਪਰਮਾਤਮਾ ਜੀ ਦਾ ਜਦੋਂ ਨਾਮ ਜਪਿਆ, ਇਹ ਵਿਖਿਆ ਰੂਪੀ ਵਿਕਾਰ ਕੀ ਹੋ ਗਏ? ਭਯੰਤ ਅੰਮ੍ਰਿਤੰ, ਕਿ ਉਹ ਅੰਮ੍ਰਿਤ ਰੂਪੀ ਨਾਮ ਨੂੰ ਜਪ ਕੇ ਕਹਿੰਦੇ ਨੇ ਕਿ ਉਹ ਅੰਮ੍ਰਿਤ ਹੋ ਗਏ ਨੇ। ਹਜ਼ੂਰ ਜੀ ਕਹਿੰਦੇ ਭਾਵ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਨਾਮ ਜਪਣ ਦੇ ਨਾਲ ਸਤਿਗੁਰ ਸੱਚੇ ਪਿਤਾ ਜੀ ਕਹਿ ਰਹੇ ਨੇ ਭਾਈ ਉਹਨਾਂ ਦਾ ਜੀਵਨ ਵੀ ਸੁਹੇਲਾ ਹੋ ਗਿਆ ਏ। ਉਹਨਾਂ ਦੇ ਜੀਵਨ ਦੇ ਵਿੱਚੋਂ ਵੀ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਦੀ ਸੁਗੰਧੀ ਆਉਂਦੀ ਹੈ। ਦ੍ਰਿਸ਼ਟਾਂ ਸਖਾ ਸਵਜਨੇ। ਦ੍ਰਿਸ਼ਟਾਂ ਦਾ ਅਰਥ ਹੈ ਦੁਸ਼ਟ, ਭਾਵ ਕਿ ਵੈਰੀ, ਜੋ ਹਮੇਸ਼ਾ ਹੀ ਪਹਿਲਾਂ ਮਾੜਾ ਸੋਚਦੇ ਸਨ। ਸਖਾ ਸਵਜਨੇ ਕਹਿੰਦੇ ਹੁਣ ਦੁਸ਼ਟ ਜਿਹੜੇ ਸਨ, ਵੈਰੀ ਜਿਹੜੇ ਬਣੇ ਸਨ। ਵੈਰੀ ਤੋਂ ਭਾਵ ਕਿ ਜਿਹੜੇ ਬੇਕਾਰ ਵੈਰੀ ਬਣੇ ਸਨ, ਕਹਿੰਦੇ ਪਰਮਾਤਮਾ ਜੀ ਦਾ ਨਾਮ ਜਪਿਆ ਸਖਾ ਸਵਜਨੇ। ਜਿਵੇਂ ਇੱਕ ਸਕਾ ਭਰਾ ਹੁੰਦਾ ਏ ਤੇ ਆਪਣੇ ਭਰਾ ਦੀ ਉਹ ਮਦਦ ਕਰਦਾ ਏ, ਕਦੇ ਵੀ ਉਹਨੂੰ ਇਕੱਲਿਆਂ ਨਹੀਂ ਛੱਡਦਾ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜਿਸ ਟਾਈਮ ਦੇ ਉੱਤੇ ਵਾਹਿਗੁਰੂ ਪਰਮਾਤਮਾ ਜੀ ਦਾ ਨਾਮ ਜਪਿਆ, ਪਹਿਲਾਂ ਇਹ ਵਿਕਾਰ ਇਸ ਮਨ ਤੇ ਆਪਣਾ ਕਬਜ਼ਾ ਕਰਕੇ ਬੈਠੇ ਸਨ, ਭਾਵ ਕਿ ਮਨ ਨੂੰ ਪਰਮਾਤਮਾ ਜੀ ਦੇ ਵੱਲ ਲੱਗਣ ਨਹੀਂ ਸੀ ਦਿੰਦੇ। ਪਰ ਜਦੋਂ ਪਰਮਾਤਮਾ ਜੀ ਦਾ ਨਾਮ ਜਪਿਆ, ਦ੍ਰਿਸ਼ਟਾਂ ਸਖਾ ਸਵਜਨੇ, ਇਹਦੇ ਅਰਥ ਇਹ ਬਣਦੇ ਨੇ, ਕਹਿੰਦੇ ਨੇ ਕਿ ਉਹ ਵਿਕਾਰ, ਦੁਸ਼ਟ ਵਿਕਾਰ, ਉਹਨਾਂ ਨੇ ਵੀ ਪਰਮਾਤਮਾ ਜੀ ਦੇ ਨਾਮ ਦਾ ਜਦੋਂ ਮਨ ਦੇ ਵਿੱਚ ਹਜ਼ੂਰ ਜੀ ਕਹਿੰਦੇ ਜਦੋਂ ਪ੍ਰਵੇਸ਼ ਹੋਇਆ, ਫਿਰ ਇਸ ਮਨ ਦੇ ਤੋਂ ਇਹ ਦੁਸ਼ਟਾਂ ਦਾ, ਇਹ ਵਿਕਾਰਾਂ ਦਾ ਨਾਸ਼ ਹੋ ਗਿਆ। ਤੇ ਵਿਦਵਾਨ ਇਹਦੇ ਕੁਝ ਅਰਥ ਕਰਦੇ ਨੇ ਕਿ ਭਾਈ ਜਿਹੜੇ ਵੈਰੀ ਸਨ, ਦੁਸ਼ਟ ਸਨ, ਮੰਦੀ ਬੁੱਧੀ ਵਾਲੇ ਸਨ, ਸੰਸਾਰ ਦੇ ਉੱਤੇ ਜਿਨ੍ਹਾਂ ਦੇ ਨਾਲ ਈਰਖਾ ਤੇ ਦਵੈਤ ਭਾਵਨਾ ਰੱਖਦੇ ਸਨ, ਕਹਿੰਦੇ ਉਹ ਵੀ ਸੱਜਣ ਬਣ ਗਏ ਨੇ। ਦੁਖੰ ਭਯੰਤ ਸੁਖਿਅੰ ਭੈ ਭੀਤੰ ਤਾ ਨਿਰਭੈ ਹੈ। ਹਜ਼ੂਰ ਜੀ ਕਹਿੰਦੇ ਜਿੱਥੇ ਸਰੀਰ ਦੇ ਉੱਤੇ ਦੁੱਖ ਸੀ, ਉਹ ਹੁਣ ਦੁੱਖ ਵੀ ਕਿਚ ਤਬਦੀਲ ਹੋ ਗਏ ਸੁਖਿਅੰ। ਪਰਮਾਤਮਾ ਜੀ ਦਾ ਨਾਮ ਜਪਣ ਦੇ ਨਾਲ ਜ਼ਿੰਦਗੀ ਦੇ ਵਿੱਚ ਸੁੱਖ ਆ ਗਿਆ। ਕਿਉਂ? ਜ਼ਿੰਦਗੀ ਜੀਣ ਦਾ ਤਰੀਕਾ ਸਮਝ ਆ ਗਿਆ। ਅਸਲ ਦੇ ਵਿੱਚ ਦੁੱਖ ਇਨਸਾਨ ਵੱਲੋਂ ਹੀ ਪੈਦਾ ਕੀਤੇ ਨੇ। ਇਨਸਾਨ ਆਪਣੇ ਦੁੱਖ ਕਰਕੇ ਦੁਖੀ ਨਹੀਂ ਹੁੰਦਾ, ਅਗਲੇ ਦੇ ਸੁੱਖ ਕਰਕੇ ਸਗੋਂ ਆਪਣੇ ਆਪ ਨੂੰ ਦੁੱਖ ਦੇ ਵਿੱਚ ਪਾ ਲੈਂਦਾ ਹੈ, ਆਪਣੇ ਆਪ ਨੂੰ ਮੁਸੀਬਤ ਦੇ ਵਿੱਚ ਪਾ ਲੈਂਦਾ ਹੈ। ਹਜ਼ੂਰ ਜੀ ਕਹਿੰਦੇ ਨੇ ਕਿ ਦੁਖੰ ਭਯੰਤ ਸੁਖਿਅੰ, ਦੁੱਖ ਸਰੀਰ ਤੇ ਆਏ, ਸਮਾਂ ਪਿਆ, ਕਹਿੰਦੇ ਦੁੱਖ ਦੂਰ ਹੋ ਗਏ ਤੇ ਸੁੱਖਾਂ ਦਾ ਪ੍ਰਵੇਸ਼ ਮਨ ਦੇ ਵਿੱਚ ਆ ਗਿਆ, ਸੁੱਖ ਜ਼ਿੰਦਗੀ ਦੇ ਵਿੱਚ ਆ ਗਏ। ਭੈ ਭੀਤੰ ਤਾਂ ਨਿਰਭੈ ਹੈ। ਕਹਿੰਦੇ ਜੋ ਇਨਸਾਨ ਭੈ ਰੱਖਦਾ ਸੀ, ਡਰ ਰੱਖਦਾ ਸੀ ਹਰੇਕ ਪਾਸਿਓਂ, ਕਹਿੰਦੇ ਉਹ ਭੀਤੰ ਭਾਵ ਕਿ ਨਿਰਭੈ ਹੈ। ਉਹ ਪਰਮਾਤਮਾ ਨਿਰਭਉ ਦਾ ਨਾਮ ਜਪਣ ਦੇ ਨਾਲ ਉਹਦੇ ਮਨ ਦੇ ਵਿੱਚੋਂ ਕਹਿੰਦੇ ਹਰੇਕ ਤਰ੍ਹਾਂ ਦੇ ਡਰ ਸੀ ਜੋ ਉਹ ਨਿਕਲ ਗਏ ਨੇ। ਹਰੇਕ ਤਰ੍ਹਾਂ ਦਾ ਜੋ ਡਰ ਸੀ ਮਨ ਦੇ ਵਿੱਚ, ਹਰੇਕ ਤਰ੍ਹਾਂ ਦੇ ਨਾਲ ਜੋ ਵਿਕਾਰਾਂ ਦਾ ਵਸੇਬਾ ਸੀ, ਕਹਿੰਦੇ ਉਹ ਨਿਕਲ ਗਿਆ ਹੈ। ਥਾਨ ਬਿਹੂਨ ਬਿਸਰਾਮ ਨਾਨਕ, ਕਿਰਪਾਲ ਹਰ ਹਰ ਗੁਰ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਮਹਾਰਾਜ ਜੀ ਕਹਿੰਦੇ ਥਾਨ ਬਿਹੂਨ ਬਿਸਰਾਮ ਨਾਮੰ, ਉਹ ਅਸਥਾਨ, ਉਹ ਥਾਨ ਜਿਹੜੇ ਨੇ ਉਹ ਸੋਭਵਾਨ ਹੋ ਗਏ, ਭਾਵ ਉਹ ਪੂਜਣਯੋਗ ਹੋ ਗਏ ਨੇ।
ਜਿਨ੍ਹਾਂ ਦੇ ਉੱਤੇ ਹਜ਼ੂਰ ਜੀ ਕਹਿੰਦੇ ਨੇ ਕਿਰਪਾਲ ਹਰ ਹਰ ਗੁਰੈ। ਜਿਸ ਜਗ੍ਹਾ ਤੇ ਪ੍ਰਮਾਤਮਾ ਜੀ ਨੇ ਕਿਰਪਾ ਕਰ ਦਿੱਤੀ, ਪ੍ਰਮਾਤਮਾ ਵਾਹਿਗੁਰੂ ਜੀ ਨੇ ਰਹਿਮਤ ਕਰ ਦਿੱਤੀ। ਹਜ਼ੂਰ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਕਹਿੰਦੇ ਉਹ ਚੌਬਾਰੇ ਭਾਈ ਪੂਜਣ ਯੋਗ ਨੇ। ਉਹ ਅਸਥਾਨ ਪੂਜਣ ਯੋਗ ਨੇ ਜਿੱਥੇ ਪ੍ਰਮਾਤਮਾ ਜੀ ਦਾ ਨਾਮ ਉਹਦੇ ਪਿਆਰੇ ਜਪਦੇ ਰਹਿੰਦੇ ਨੇ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਸਾਡਾ ਸਰੀਰ ਹੈ, ਇਹ ਇਨਸਾਨ ਦੇ ਹੱਥ 'ਚ ਹੈ। ਭਾਵੇਂ ਇਹ ਸਰੀਰ ਕੋ ਜਿਸ ਤਰ੍ਹਾਂ ਦਾ ਮਰਜ਼ੀ ਉਹ ਕਾਰਜ ਕਰਵਾ ਸਕਦਾ ਹੈ। ਪਹਿਲਾਂ ਵੀ ਇਹ ਬੇਨਤੀ ਕਰੀਦੀ ਹੈ ਕਿ ਜੇਕਰ ਅਸੀਂ ਚੰਗੀ ਸੰਗਤ ਦੇ ਵਿੱਚ ਰਹਿਣਾ ਸਿੱਖ ਲਵਾਂਗੇ, ਚੰਗੇ ਇਨਸਾਨਾਂ ਦੇ ਨਾਲ ਸਾਡੀ ਸਾਂਝ ਹੈ, ਤੇ ਸਾਡੇ ਜੀਵਨ ਦੇ ਵਿੱਚ ਵੀ ਚੰਗਿਆਈ ਆਵੇਗੀ। ਜੇਕਰ ਸਾਡੀ ਸਾਂਝ ਮਾੜੀ ਸੰਗਤ ਦੇ ਨਾਲ ਹੈ, ਮਾੜੇ ਲੋਕਾਂ ਦੇ ਨਾਲ ਹੈ, ਲੱਖ ਯਤਨ ਕਰ ਲਈਏ ਪਰ ਕਦੇ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਤਬਦੀਲ ਨਹੀਂ ਕਰ ਸਕਦੇ। ਹਾਂ, ਜੇਕਰ ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਹੋਈ, ਪ੍ਰਮਾਤਮਾ ਜੀ ਦੇ ਨਾਮ ਨੂੰ ਅਸੀਂ ਸਮਝ ਲਿਆ, ਹਜ਼ੂਰ ਜੀ ਕਹਿੰਦੇ ਫੇਰ ਭਾਈ ਤੇਰੀ ਜ਼ਿੰਦਗੀ ਜਿੱਦਣ ਤਬਦੀਲ ਹੋਣੀ ਤੈਨੂੰ ਵੀ ਨਹੀਂ ਪਤਾ ਲੱਗਣਾ। ਕਿਉਂ? ਕਿਉਂਕਿ ਉਸ ਦਿਨ ਇੱਕ ਦਾ ਹੋ ਗਿਆ ਪਰ ਅਜੇ ਮਨ ਨਹੀਂ ਮੰਨਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਨੇ ਥਾਨ ਬਿਹੂਨ ਵਿਸਰਾਮ ਨਾਮੰ। ਉਹ ਅਸਥਾਨ ਜਿਹੜੇ ਨੇ ਉਹ ਪੂਜਣ ਯੋਗ ਹੋ ਗਏ। ਨਾਨਕ ਕਿਰਪਾਲ ਹਰ ਹਰ ਗੁਰੈ। ਕਹਿੰਦੇ ਕਿ ਹਰ ਹਰ ਪ੍ਰਮਾਤਮਾ ਜੀ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਦੋਂ ਗੁਰੈ ਕਿਰਪਾ ਕਰ ਦਿੱਤੀ। ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨੈ। ਸਤਿਗੁਰ ਸੱਚੇ ਪਿਤਾ ਜੀ ਕਹਿੰਦੇ ਨੇ ਸਰਬ ਸੀਲ ਮਮੰ ਸੀਲੰ, ਕਿ ਇਸ ਸੰਸਾਰ ਦੇ ਵਿੱਚ ਹਰੇਕ, ਜਦੋਂ ਆਪਾਂ ਵੇਖਦੇ ਆ ਨਾ ਸਿਆਲ ਦੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਐ ਬਿਲਕੁਲ ਠੰਡ ਜਿਹੜੀ ਹੈ ਉਹ ਹੋ ਜਾਂਦੀ ਹੈ, ਪਰ ਹਾਂ ਸਰਬ ਪਾਵਨ ਮਮ ਪਾਵਨੈ। ਮਹਾਰਾਜ ਜੀ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਅੱਗੇ ਇਹ ਵੀ ਠੰਡ ਜਿਹੜੀ ਹੈ ਉਹ ਫਿੱਕੀ ਪੈ ਜਾਂਦੀ ਹੈ। ਸਰਬ ਕਰਤਵ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਆ ਤੇ। ਕਿਉਂ? ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਆ ਬਾਹਰੀ ਤੌਰ ਦੇ ਉੱਤੇ ਜੇ ਗਰਮੀ ਪੈ ਰਹੀ ਹੈ, ਬਾਹਰੀ ਤੌਰ ਦੇ ਉੱਤੇ ਜੇ ਠੰਡ ਪੈਂਦੀ ਹੈ, ਹੁਣ ਗਰਮੀ ਦਾ ਮੌਸਮ ਹੈ, ਜੇਕਰ ਕੋਈ ਰੱਬੀ ਗਿਆਨ ਵਾਲਾ, ਰੱਬੀ ਪ੍ਰੇਮ ਵਾਲਾ ਆਪਣੇ ਅੰਤਰੀਵ ਨੂੰ, ਆਪਣੇ ਅੰਦਰ ਨੂੰ ਪਰਮਾਤਮਾ ਜੀ ਦੀ ਯਾਦ ਦੇ ਵਿੱਚ ਜੋੜ ਕੇ ਬੈਠਾ ਏ, ਬਾਹਰੀ ਤੌਰ ਦੇ ਉੱਤੇ ਗਰਮੀ ਜਿਹੜੀ ਹੈ, ਤਪਸ਼ ਜਿਹੜੀ ਹੈ, ਉਹਦਾ ਕੁਝ ਨਹੀਂ ਵਿਗਾੜ ਸਕਦੀ। ਪਰ ਹਾਂ ਜੇਕਰ ਮਨ ਕਰਕੇ ਭਾਵੇਂ ਇਨਸਾਨ ਏਸੀ ਦੇ ਵਿੱਚ ਬੈਠਾ ਏ, ਠੰਡੀ ਥਾਂ ਤੇ ਬੈਠਾ ਏ, ਪਰ ਜੇਕਰ ਮਨ ਵਿਕਾਰਾਂ ਦੇ ਵਿੱਚ ਗਰਸਿਆ ਹੋਇਆ ਹੈ, ਕਹਿੰਦੇ ਇਹ ਏਅਰ ਕੰਡੀਸ਼ਨਰ ਜਿਹੜੇ ਨੇ ਇਹ ਵੀ ਕੁਝ ਨਹੀਂ ਕਰ ਸਕਦੇ। ਸਰੀਰ ਨੂੰ ਠੰਡਿਆ ਕਰ ਸਕਦੇ ਨੇ, ਮਨ ਨੂੰ ਠੰਡਕ ਨਹੀਂ ਪਹੁੰਚਾ ਸਕਦੇ। ਮਨ ਤੇ ਪ੍ਰਮਾਤਮਾ ਜੀ ਦੀ ਬਾਣੀ ਨੂੰ, ਵਾਹਿਗੁਰੂ ਜੀ ਦੀ ਬਾਣੀ ਨੂੰ, ਇਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਉਪਦੇਸ਼ ਨੂੰ ਪੜ੍ਹ ਕੇ ਸ਼ਾਂਤ ਹੋਣਾ ਸੀ ਨਾ। ਹਜ਼ੂਰ ਜੀ ਕਹਿੰਦੇ ਸਰਬ ਕਰਤਵ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਆ ਤੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਹਰੇਕ ਵਿਧੀ ਨੂੰ ਜਾਣਨ ਵਾਲੇ ਨੇ। ਸਰਬ ਕਰਤਵ, ਹਰੇਕ ਕਰਤਵ ਨੂੰ ਕਰਨ ਵਾਲੇ ਨੇ, ਹਰੇਕ ਘਟਨਾ ਨੂੰ ਕਰਨ ਵਾਲੇ ਨੇ, ਹਰੇਕ ਗੱਲ ਨੂੰ ਜਾਣਨ ਵਾਲੇ ਨੇ। ਇਸ ਕਰਕੇ ਹਜ਼ੂਰ ਜੀ ਕਹਿੰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਨਕ ਲੇਪ ਛੇਪ ਨਾ ਲਿਪਿਆ ਤੇ। ਫਿਰ ਹਜ਼ੂਰ ਜੀ ਕਹਿੰਦੇ ਨੇ ਕਿ ਉਹ ਵਿਕਾਰਾਂ ਤੋਂ ਨਿਰਲੇਪ ਹੈ। ਵਿਕਾਰ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਦੂਰ ਹੁੰਦੇ ਨੇ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਹਾਰਾਜ ਜੀਆਂ ਦੇ ਇਹਨਾਂ ਬਚਨਾਂ ਨੂੰ ਆਪਣੇ ਹਿਰਦਿਆਂ 'ਚ ਵਸਾਈਏ। ਹਜ਼ੂਰ ਜੀ ਨੇ ਜੋ ਰਹਿਮਤ ਕੀਤੀ ਹੈ ਭਾਈ, ਬਾਹਰੀ ਤੌਰ ਤੇ ਠੰਡਕ ਲੈਣੀ ਜਾਂ ਬਾਹਰੀ ਤੌਰ ਤੇ ਜੋ ਸਰੀਰ ਨੂੰ ਤਪਸ਼ ਦੇ ਵਿੱਚ ਰੱਖਣਾ, ਇਹ ਤੇ ਅਕਾਲ ਪੁਰਖ ਪਰਮਾਤਮਾ ਜੀ ਦੇ ਨਿਯਮ ਤੋਂ ਉਲਟ ਹੈ। ਜੇਕਰ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਹਿਰਦੇ ਵਿੱਚ ਹੈ
ਫਿਰ ਉਹਦਾ ਜੀਵਨ ਵੀ ਸੁਹੇਲਾ ਏ, ਉਹਦੇ ਮਨ ਦੇ ਵਿੱਚ ਠੰਡਕ ਹੈ, ਭਾਵ ਕਿ ਮਨ ਦੇ ਵਿੱਚ ਸ਼ਾਂਤੀ ਹੈ। ਫਿਰ ਉਹ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਨਹੀਂ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਨਹੀਂ। ਉਹ ਤੇ ਇਹੀ ਅਰਦਾਸ ਬੇਨਤੀ ਕਰਦਾ ਰਹਿੰਦਾ ਕਿ ਪ੍ਰਮਾਤਮਾ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜ ਕਰਕੇ ਰੱਖੀ। ਤੇਰੇ ਚਰਨਾਂ ਦੇ ਨਾਲ, ਤੇਰੀ ਸਿਫਤ ਸਲਾਹ ਦੇ ਨਾਲ, ਤੇਰੇ ਇਸ ਗਿਆਨ ਦੇ ਨਾਲ ਮਨ ਜਿਹੜਾ ਹੈ ਉਹ ਵੱਜਾ ਰਵੇ। ਆਓ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਹੀ ਅਰਦਾਸ ਬੇਨਤੀ ਅਸੀਂ ਵੀ ਰੋਜ਼ਾਨਾ ਹੀ ਕਰਿਆ ਕਰੀਏ, ਤਾਂ ਜੋ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕੇ। ਵਿਚਾਰ ਕਰਦੇ ਆ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਖ ਭੰਜਨ ਤੇਰਾ